ਵੈਲਕਮ ਸਟੂਡੈਂਟਸ ਟੂ ਕਾਮਰਸ ਸਟੱਡੀਜ਼। ਇਕਨੋਮਿਕਸ ਦੇ ਲੈਕਚਰ ਵਿੱਚ ਕੰਟੀਨਿਊ ਕਰਾਂਗੇ ਕੱਲ੍ਹ ਵਾਲਾ ਹੀ ਟੌਪਿਕ ਪਾਵਰਟੀ, ਮੇਜਰ ਆਫ ਪਾਵਰਟੀ। ਹੁਣ ਜਿਹੜੀ ਪਾਵਰਟੀ ਜੋ ਹੈ ਇਨ ਇੰਡੀਆ ਵਿੱਚ ਟੂ ਵੇਜ਼ ਦੇ ਨਾਲ ਜੋ ਮੇਜਰ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਫਸਟ ਹੈਗਾ ਰਿਲੇਟਿਵ ਪਾਵਰਟੀ। ਰਿਲੇਟਿਵ ਪਾਵਰਟੀ ਜਦੋਂ ਕਿ ਪਾਵਰਟੀ ਅਸੀਂ ਕਿਸੇ ਡਿਫਰੈਂਟ ਕਲਾਸ ਦੇ ਨਾਲ ਕੰਪੇਅਰ ਕਰਕੇ ਜਾਂ ਕਿਸੇ ਰੀਜ਼ਨ ਦੇ ਨਾਲ ਕੰਪੇਅਰ ਕਰਕੇ ਜਾਂ ਕਿਸੇ ਕੰਟਰੀ ਦੇ ਨਾਲ ਕੰਪੇਅਰ ਕਰਕੇ ਜਦੋਂ ਕਹਿੰਦੇ ਆ ਕਿ ਇਹ ਪਰਸਨ ਜੋ ਹੈ ਇਹ ਲੈਵਲ ਨਹੀਂ ਬੀਟ ਕਰ ਪਾ ਰਹੇ ਜਾਂ ਇਸ ਇਨਕਮ ਲੈਵਲ ਤੋਂ ਲੋ ਹੈਗੇ ਹੈ ਅਤੇ ਉਸ ਟਾਈਮ ਜੇ ਅਸੀਂ ਪਾਵਰਟੀ ਕਹਿੰਦੇ ਹਾਂ ਅਤੇ ਉਹਨੂੰ ਕਹਿੰਦੇ ਹਾਂ ਰਿਲੇਟਿਵ ਪਾਵਰਟੀ। ਐਂਡ ਇਸ ਕੇਸ ਦੇ ਵਿੱਚ ਜੋ ਹੈਗਾ ਅਸੀਂ ਕਿ ਉਹਨਾਂ ਪਰਸਨਸ ਨੂੰ ਜਾਂ ਉਸ ਕਲਾਸ ਨੂੰ ਜਾਂ ਉਸ ਕੰਟਰੀ ਨੂੰ ਜੋ ਹੈ ਪੂਅਰ ਟਰੀਟ ਕਰਦੇ ਹਾਂ ਜਿਹਦੀ ਲਿਵਿੰਗ ਇਨਕਮ ਜਿਹੜੀ ਹੈਗੀ ਹੈ ਉਹ ਲੋ ਹੈਗੀ ਹੈ। ਇਸ ਕੇਸ ਦੇ ਵਿੱਚ ਕੰਪੈਰੀਜ਼ਨ ਕੀਤਾ ਜਾਂਦਾ ਹੈ ਐਂਡ ਇਹਦੇ ਵਿੱਚ ਜੋ ਹੈ ਇਨ ਟਰਮ ਆਫ ਇਨਇਕੁਐਲਿਟੀਜ਼ ਆਫ ਇਨਕਮ, ਜਿਹੜੀ ਇਨਇਕੁਐਲਿਟੀਜ਼ ਹੈਗੀ ਹੈ ਇਨਕਮ ਉਹਦੇ ਬੇਸਿਸ 'ਤੇ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਹੈਗੀ ਪਾਵਰਟੀ ਜਾਂ ਗਰੀਬੀ ਦੱਸੀ ਜਾਂਦੀ ਹੈ। ਐਂਡ ਇਹਦੇ ਬੇਸਿਸ 'ਤੇ ਅਸੀਂ ਜੋ ਹੈ ਨੈਸ਼ਨਲ ਇਨਕਮ ਜਿਹੜੀ ਆਪਣੀ ਕੰਟਰੀ ਹੈ ਅਗਰ ਅਸੀਂ ਉਹਦੇ ਨਾਲ ਵੀ ਅਸੀਂ ਕੰਪੇਅਰ ਕਰਕੇ ਦੱਸ ਸਕਦੇ ਹਾਂ। ਜਿੱਦਾਂ ਹੁਣ ਇੰਡੀਆ ਦੀ ਨੈਸ਼ਨਲ ਇਨਕਮ ਅਗਰ ਅਸੀਂ ਪਾਕਿਸਤਾਨ ਦੇ ਨਾਲ ਕੰਪੇਅਰ ਕਰਾਂਗੇ ਅਤੇ ਜਿਹੜਾ ਪਾਕਿਸਤਾਨ ਜੋ ਹੈ ਉਹ ਕਿ ਪੂਅਰ ਕੰਟਰੀ ਹੈ। ਬਟ ਅਗਰ ਅਸੀਂ ਆਪਣੀ ਇੰਡੀਆ ਦੀ ਜਿਹੜੀ ਇਨਕਮ ਹੈਗੀ ਹੈ ਨੈਸ਼ਨਲ ਇਨਕਮ ਕੰਪੇਅਰ ਕਰੀਏ ਅਮੈਰੀਕਾ ਦੇ ਨਾਲ ਅਤੇ ਉਸ ਕੇਸ 'ਤੇ ਜਿਹੜਾ ਇੰਡੀਆ ਜਿਹੜਾ ਹੈਗਾ ਪੂਅਰ ਕੰਟਰੀ ਹੈਗਾ, ਯਾਨੀ ਕਿ ਅਸੀਂ ਕਿਸੇ ਕੰਟਰੀ ਦੇ ਨਾਲ ਅਸੀਂ ਕਰ ਰਹੇ ਹਾਂ। ਐਂਡ ਦੂਸਰੀ ਇਗਜ਼ਾਮਪਲ ਆਪਾਂ ਲੈਂਦੇ ਹਾਂ ਰੀਜ਼ਨ ਜਿੱਦਾਂ ਪੰਜਾਬ ਐਂਡ ਯੂਪੀ ਕੰਪੇਅਰ ਕਰ ਲੈਂਦੇ ਅਤੇ ਉਸ ਕੇਸ ਵਿੱਚ ਕੀ ਹੈ ਕਿ ਪੰਜਾਬ ਰਿਚ ਐਂਡ ਯੂਪੀ ਕੀ ਹੈਗਾ ਪੂਅਰ ਹੈਗਾ, ਯਾਨੀ ਕਿ ਇਹਦੇ ਵਿੱਚ ਕੀ ਕੀਤਾ ਜਾ ਰਿਹਾ ਹੈ ਕੰਪੈਰੀਜ਼ਨ ਕੀਤਾ ਜਾ ਰਿਹਾ ਵੇਰੀਅਸ ਕਲਾਸਿਸ ਦਾ, ਰੀਜ਼ਨ ਦਾ ਜਾਂ ਕੰਟਰੀਜ਼ ਦਾ। ਜਦੋਂ ਉਹਨਾਂ ਦਾ ਕੰਪੈਰੀਜ਼ਨ ਕੀਤਾ ਜਾਂਦਾ ਹੈ ਔਰ ਕੰਪੈਰੀਜ਼ਨ ਕਿਸ ਬੇਸਿਸ 'ਤੇ ਹੁੰਦਾ ਇਨਕਮ ਬੇਸਿਸ 'ਤੇ ਹੁੰਦਾ, ਉਹਨਾਂ ਦੀ ਕਮਾਈ ਦੇ ਬੇਸਿਸ 'ਤੇ ਹੁੰਦਾ, ਉਹਨੂੰ ਕਹਿੰਦੇ ਆ ਰਿਲੇਟਿਵ ਪਾਵਰਟੀ। ਐਂਡ ਸੈਕਿੰਡ ਟਾਈਪ ਆਫ ਦਾ ਪਾਵਰਟੀ ਇਜ਼ ਐਬਸੋਲਿਊਟ ਪਾਵਰਟੀ। ਹੁਣ ਇਹ ਉਹ ਸਿਚੁਏਸ਼ਨ ਹੈਗੀ ਹੈ ਜਿਹਦੇ ਵਿੱਚ ਹਾਊਸ ਹੋਲਡ ਦੀ ਜਿਹੜੀ ਇਨਕਮ ਹੈਗੀ ਹੈ ਉਹ ਕੁਝ ਸਰਟਨ ਲੈਵਲ ਤੋਂ ਬਿਲੋ ਹੈਗੀ ਹੈ। ਹੁਣ ਇਸ ਪਾਵਰਟੀ ਦੇ ਵਿੱਚ ਜਿਹੜੀ ਹੈਗੀ ਹੈ ਉਹਨਾਂ ਜਿਹੜੇ ਪਰਸਨਸ ਹੈ ਜਾਂ ਫੈਮਿਲੀ ਹੈ ਉਹਨਾਂ ਦੀ ਬੇਸਿਕ ਨੀਡ ਵੀ ਨਹੀਂ ਪੂਰੀ ਹੋ ਰਹੀ, ਉਹਨਾਂ ਨੂੰ ਫੂਡ, ਸ਼ੈਲਟਰ, ਹੈਲਥ ਇਹ ਸਭ ਕੁਛ ਜੋ ਉਹਨਾਂ ਦੀ ਇਹੀ ਨੀਡ ਪੂਰੀ ਨਹੀਂ ਹੋ ਰਹੀ। ਔਰ ਇੰਡੀਆ ਦੇ ਵਿੱਚ ਜਿਹੜਾ ਹੈਗਾ ਜਿਹੜਾ ਕਿ ਪਾਵਰਟੀ ਨੂੰ ਮੇਜਰ ਕਰਨ ਵਾਸਤੇ ਪਾਵਰਟੀ ਲਾਈਨ ਵਾਲਾ ਕੰਸੈਪਟ ਯੂਜ਼ ਕੀਤਾ ਜਾਂਦਾ ਹੈ ਤਾਂ ਐਬਸੋਲਿਊਟ ਪਾਵਰਟੀ ਨੂੰ ਮੇਜਰ ਕਰਨ ਵਾਸਤੇ। ਐਬਸੋਲਿਊਟ ਪਾਵਰਟੀ ਕਿ ਵਾਕਈ ਜਿਹੜੀ ਹੈਗੀ ਹੈ ਗਰੀਬੀ ਹੈਗੀ ਹੈ। ਐਂਡ ਇਹਨੂੰ ਜੋ ਹੈ ਦੋ ਕ੍ਰਾਈਟੇਰੀਆਜ਼ ਹੈਗੇ ਆ ਜਿਹਦੇ ਬੇਸਿਸ ਇਹਨੂੰ ਮੇਜਰ ਕੀਤਾ ਜਾਂਦਾ ਹੈ। ਪਹਿਲਾ ਕ੍ਰਾਈਟੇਰੀਆ ਕੀ ਹੈ? ਕ੍ਰਾਈਟੇਰੀਆ ਫॉर ਮਿਨੀਮਮ ਕੈਲਰੀਜ਼ ਕੰਜ਼ੰਪਸ਼ਨ, ਕਿ ਮਿਨੀਮਮ ਜੋ ਹੈਗਾ ਕੈਲਰੀਜ਼ ਜੋ ਹੈ ਲੋਕਾਂ ਦੇ ਦੁਆਰਾ ਕੰਜ਼ਿਊਮ ਕੀਤੀਆਂ ਜਾ ਰਹੀਆਂ, ਜੇ ਮਿਨੀਮਮ ਕੈਲਰੀਜ਼ ਕੰਜ਼ਿਊਮ ਕੀਤੀਆਂ ਜਾ ਰਹੀਆਂ ਫਿਰ ਉਹ ਪਾਵਰਟੀ ਲਾਈਨ ਵਿੱਚ ਨਹੀਂ ਆਉਂਦੇ, ਫਿਰ ਕਿ ਉਹ ਪੂਅਰ ਨਹੀਂ ਹੈਗੇ। ਅਗਰ ਉਹ ਮਿਨੀਮਮ ਕ੍ਰਾਈਟੇਰੀਆ ਪੂਰਾ ਨਹੀਂ ਹੋ ਰਿਹਾ ਫਿਰ ਜਿਹੜੇ ਉਹ ਪੂਅਰ ਹੈਗੇ ਹੈ। ਹੁਣ ਦੇਖੋ ਹੁਣ ਪਿਊਪਲ ਜਿਹੜੇ ਕਿ ਮਿਨੀਮਮ ਜਿਹੜੀ ਹੈਗੀ ਹੈ ਕੈਲਰੀਜ਼ ਲੈਣ ਵਾਸਤੇ ਨਹੀਂ ਪੋਸੀਬਲ ਹੈਗਾ ਉਹ ਪੂਅਰ ਹੈਗੇ ਹੈ। ਜਿੱਦਾਂ ਕਿ 2400 ਕੈਲਰੀਜ਼ ਪਰ ਪਰਸਨ ਪਰ ਡੇ ਦੇ ਅਕੋਰਡਿੰਗ ਜਿਹੜਾ ਹੈਗਾ ਰੂਰਲ ਏਰੀਆ ਵਿੱਚ ਕੈਲਰੀਜ਼ ਲੈਣ, ਯਾਨੀ ਕਿ ਫੋਰ ਐਗਜ਼ਾਮਪਲ 5 ਪਰਸਨ ਹੈਗੇ ਹੈ ਅਤੇ 5 ਪਰਸਨ ਦੇ ਇਕੱਲਾ ਜੋ ਹੈ 2400 ਕੈਲਰੀਜ਼ ਜੋ ਹੈ ਲੈਣ ਰੂਰਲ ਏਰੀਆ ਵਿੱਚ ਐਂਡ 2100 ਕੈਲਰੀਜ਼ ਜੋ ਹੈ ਇਨ ਅਰਬਨ ਏਰੀਆ ਦੇ ਵਿੱਚ। ਇਹ ਕੈਟਾਗਰਾਈਜ਼ ਕੀਤਾ ਗਿਆ। ਅਗਰ ਇਹਦੇ ਤੋਂ ਘੱਟ ਕੈਲਰੀ ਅਗਰ ਕੋਈ ਕੰਜ਼ਿਊਮ ਕਰ ਰਿਹਾ ਹੈਗਾ ਅਤੇ ਇਸ ਕੇਸ 'ਤੇ ਉਹ ਅੰਡਰ ਪਾਵਰਟੀ ਲਾਈਨ ਹੈਗਾ। ਐਂਡ ਅਸੀਂ 2400 ਜਿਹੜਾ ਹੈਗਾ ਰੂਰਲ ਵਿੱਚ ਦਿੱਤਾ ਗਿਆ, 2100 ਜੋ ਹੈ ਅਰਬਨ ਦੇ ਵਿੱਚ ਦਿੱਤਾ। ਇਹ ਡਿਫਰੈਂਸ ਵੀ ਕਿਉਂ ਹੈ? ਬਿਕੋਜ਼ ਜਿਹੜੇ ਰੂਰਲ ਏਰੀਆ ਦੇ ਲੋਕ ਜੋ ਹੈ ਉਹ ਮੋਰ ਹਾਰਡ ਵਰਕਿੰਗ ਹੈ ਐਜ਼ ਕੰਪੇਅਰ ਟੂ ਅਰਬਨ ਏਰੀਆ ਐਂਡ ਰੂਰਲ ਏਰੀਆ ਦੇ ਵਿੱਚ ਜਿਹੜੇ ਲੋਕ ਹੈਗੇ ਹੈ ਮੋਰ ਜਿਹੜਾ ਵਰਕ ਹੈ ਬਾਏ ਹੈਂਡ ਆਪਣੇ ਆਪ ਜੋ ਹੈ ਕਰਦੇ ਹੈ, ਇਸ ਕਰਕੇ ਉਹਨਾਂ ਨੂੰ ਕੈਲਰੀਜ਼ ਦੀ ਲੋੜ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਹ ਕ੍ਰਾਈਟੇਰੀਆ 'ਚ ਡਿਫਰੈਂਸ ਰੱਖਿਆ ਗਿਆ ਐਂਡ ਜੋ ਵੀ ਇਹ ਕ੍ਰਾਈਟੇਰੀਆ ਪੂਰਾ ਨਹੀਂ ਕਰ ਰਿਹਾ ਉਹ ਬਿਲੋ ਦ ਪਾਵਰਟੀ ਲਾਈਨ ਹੈਗਾ ਹੈ। ਹੁਣ ਇਸੇ ਤਰੀਕੇ ਦੇ ਨਾਲ ਅੱਗੇ ਹੈਗਾ ਮਿਨੀਮਮ ਕੰਜ਼ੰਪਸ਼ਨ ਐਕਸਪੈਂਡੀਚਰ ਕ੍ਰਾਈਟੇਰੀਆ। ਹੁਣ ਇਸ ਤਰੀਕੇ ਨਾਲ ਹੀ ਗੌਰਮੈਂਟ ਨੇ ਫੈਮਲੀਜ਼ ਵਾਸਤੇ ਮਿਨੀਮਮ ਕੰਜ਼ੰਪਸ਼ਨ ਐਕਸਪੈਂਡੀਚਰ ਵੀ ਰੱਖਿਆ ਕਿ ਪਰ ਡੇ ਦੇ ਅਕੋਰਡਿੰਗ ਉਹ ਕਿੰਨਾ ਸਪੈਂਡ ਕਰ ਰਹੇ ਡੇਲੀ ਨੀਡਸ ਦੇ ਥਿੰਗਸ 'ਤੇ, ਠੀਕ ਹੈ। ਇਹਦੇ ਬੇਸਿਸ 'ਤੇ ਵੀ ਜਿਹੜਾ ਹੈਗਾ ਪਾਵਰਟੀ ਜੋ ਹੈ ਇਹਨੂੰ ਫਾਈਂਡ ਆਊਟ ਕੀਤਾ ਜਾ ਸਕਦਾ ਹੈ। ਹੁਣ ਪਾਵਰਟੀ ਲਾਈਨ ਕੀ ਹੈ? ਇਹ ਕੱਟ ਆਫ ਕ੍ਰਾਈਟੇਰੀਆ ਜਾਂ ਕੱਟ ਆਫ ਪੁਆਇੰਟ ਹੈਗਾ ਜਿਹਦੇ 'ਚ ਅਸੀਂ ਪਿਊਪਲਸ ਨੂੰ ਦੋ ਕੈਟਾਗਰੀ ਵਿੱਚ ਡਿਵਾਈਡ ਕਰ ਸਕਦੇ ਹਾਂ ਕਿ ਪੂਅਰ ਹੈ ਜਾਂ ਨਹੀਂ ਪੂਅਰ। ਅਗਰ ਹੁਣ 2400 ਕੈਲਰੀ ਤੋਂ ਕੋਈ ਉੱਪਰ ਜਾ ਰਿਹਾ ਰੂਰਲ ਏਰੀਆ ਵਿੱਚ ਉਹ ਪੂਅਰ ਨਹੀਂ ਹੈ, ਉਹ ਨੋਨ ਪੂਅਰ ਹੈ। ਐਂਡ ਜੋ 2400 ਤੋਂ ਨੀਚੇ ਯਾਨੀ ਕਿ ਮੰਨ ਲਓ 2000 ਹੀ ਹੋ ਰਹੀ ਹੈ ਅਤੇ ਉਹ ਕੀ ਹੈਗਾ ਉਹ ਪੂਅਰ ਕੈਟਾਗਰੀ ਵਿੱਚ ਆ ਰਿਹਾ ਹੈ, ਠੀਕ ਹੈ। ਹੁਣ ਨੈਕਸਟ ਅੱਗੇ ਹੈਗਾ ਇਹਦੇ ਵਿੱਚ
ਮਾਈਅਰ ਟੂ ਰਿਮੂਵ ਪਾਵਰਟੀ, ਪਾਵਰਟੀ ਕਿਸ ਤਰੀਕੇ ਦੇ ਨਾਲ ਰਿਮੂਵ ਕੀਤੀਆਂ ਜਾ ਸਕਦੀ ਹੈ ਜਾਂ ਪਾਵਰਟੀ ਕਿਸ ਤਰੀਕੇ ਦੇ ਨਾਲ ਖਤਮ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਜਿਹੜੀ ਪਾਵਰਟੀ ਜਿਹੜੀ ਹੈਗੀ ਹੈ ਇਹਨੂੰ ਖਤਮ ਕਰਨ ਵਾਸਤੇ ਕੀ ਚਾਹੀਦਾ ਹੈ, ਇਹਨੂੰ ਖਤਮ ਕਰਨ ਵਾਸਤੇ ਪਾਪੂਲੇਸ਼ਨ ਕੰਟਰੋਲ ਹੋਣੀ ਚਾਹੀਦੀ ਹੈ। ਹੁਣ ਇੰਡੀਆ ਦੇ ਵਿੱਚ ਡੇ ਬਾਏ ਡੇ ਪਾਪੂਲੇਸ਼ਨ ਇਨਕਰੀਜ਼ ਹੋਈ ਜਾ ਰਹੀ ਹੈ, ਇਸੇ ਕਰਕੇ ਜਿਹੜਾ ਹੈਗਾ ਐਕਸੈਸਿਵ ਪ੍ਰੈਸ਼ਰ ਜਿਹੜਾ ਪਾਪੂਲੇਸ਼ਨ ਦਾ ਔਨ ਲੈਂਡ ਆ ਰਿਹਾ ਹੈ, ਜਿਹਦੇ ਕਰਕੇ ਕੀ ਹੋ ਰਿਹਾ ਹੈ, ਕਿਉਂਕਿ ਲੈਂਡ ਤਾਂ ਇਨਕਰੀਜ਼ ਨਹੀਂ ਹੋ ਰਹੀ, ਪ੍ਰੋਡਕਸ਼ਨ ਵੀ ਇਨਕਰੀਜ਼ ਨਹੀਂ ਹੋ ਰਹੀ, ਪਰ ਕੈਪੀਟਲ ਇਨਕਮ ਵੀ ਇਨਕਰੀਜ਼ ਨਹੀਂ ਹੋ ਰਹੀ, ਬਟ ਕੀ ਹੋ ਰਿਹਾ ਹੈ, ਪਾਪੂਲੇਸ਼ਨ ਇਨਕਰੀਜ਼ ਹੋਣ ਦੇ ਨਾਲ ਜਿਹੜੀ ਗਰੋਥ ਰੇਟ ਹੈਗਾ ਉਹ ਰਿਡਿਊਸ ਹੋਈ ਜਾ ਰਿਹਾ ਹੈ। ਠੀਕ ਹੈ, ਐਂਡ ਜਿਹਦੇ ਕਰਕੇ ਕੀ ਹੈਗਾ ਪਾਵਰਟੀ ਇਨਕਰੀਜ਼ ਹੋਈ ਜਾ ਰਹੀ ਹੈ, ਕਿਉਂਕਿ ਜਿਹੜਾ ਪ੍ਰੋਡਕਸ਼ਨ ਪ੍ਰੋਸੈਸ ਹੈਗਾ ਉਹ ਥੋੜ੍ਹਾ ਹੀ ਹੈਗਾ ਹੈ। ਠੀਕ ਹੈ, ਬਟ ਜਿਹੜਾ ਹੈਗਾ ਪਾਪੂਲੇਸ਼ਨ ਹੈ ਉਹ ਇਨਕਰੀਜ਼ ਹੋਈ ਜਾ ਰਹੀ ਹੈ, ਇਹਦੇ ਨਾਲ ਐਕਸੈਸਿਵ ਜਿਹੜਾ ਹੈਗਾ ਪ੍ਰੈਸ਼ਰ ਪੈ ਰਿਹਾ ਲੈਂਡ 'ਤੇ। ਠੀਕ ਹੈ, ਇਸ ਕਰਕੇ ਸਭ ਤੋਂ ਪਹਿਲਾਂ ਜੇ ਮਤਲਬ ਕਿ ਪਾਵਰਟੀ ਨੂੰ ਕੰਟਰੋਲ, ਪਾਵਰਟੀ ਜੋ ਹੈ ਉਹਨੂੰ ਘਟਾਉਣਾ ਹੈ ਅਤੇ ਪਾਪੂਲੇਸ਼ਨ ਕੰਟਰੋਲ ਕਰਨੀ ਚਾਹੀਦੀ ਹੈ। ਅੱਗੇ ਕੀ ਹੈਗਾ ਮੋਰ ਗਰੋਥ। ਮੋਰ ਗਰੋਥ ਕੀ ਹੈਗਾ ਕਿ ਇਕੋਨਮੀ ਦੇ ਵਿੱਚ ਇਸ ਤਰੀਕੇ ਦੇ ਸਿਸਟਮ ਲੈ ਕੇ ਆਉਣੇ ਚਾਹੀਦੇ ਹੈ, ਇਸ ਤਰੀਕੇ ਦੇ ਵਰਕਸ ਲੈ ਕੇ ਆਉਣੇ ਚਾਹੀਦੇ ਹੈ ਜਿਹਦੇ ਨਾਲ ਜੋ ਹੈ ਇਕੋਨਮੀ ਦੀ ਡਿਵੈਲਪਮੈਂਟ ਹੋ ਸਕੇ, ਕਿਉਂਕਿ ਜਿੰਨੀ ਜ਼ਿਆਦਾ ਇਕੋਨਮੀ ਦੀ ਡਿਵੈਲਪਮੈਂਟ ਹੋਏਗੀ ਉਨੀ ਜ਼ਿਆਦਾ ਜਿਹੜੀ ਹੈਗੀ ਹੈ ਪਾਵਰਟੀ ਰਿਡਿਊਸ ਹੋਏਗੀ। ਇਸ ਕਰਕੇ ਸਭ ਤੋਂ ਜ਼ਿਆਦਾ ਗਰੋਥ 'ਤੇ ਧਿਆਨ ਦੇਣਾ ਚਾਹੀਦਾ ਹੈ। ਐਂਡ ਉਸ ਤੋਂ ਬਾਅਦ ਇੰਪਲੋਇਮੈਂਟ ਓਪਰਚੁਨਿਟੀਜ਼, ਜਿੰਨੀ ਜ਼ਿਆਦਾ ਹੋ ਸਕੇ ਇੰਪਲੋਇਮੈਂਟ ਓਪਰਚੁਨਿਟੀ ਜੋ ਹੈ ਇਨਕਰੀਜ਼ ਕਰਨੀ ਚਾਹੀਦੀ ਹੈ। ਅਗਰ ਇੰਡੀਆ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪਾਵਰਟੀ ਰਿਡਿਊਸ ਹੋਵੇ ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੰਪਲੋਇਮੈਂਟ ਦੇਣੀ ਚਾਹੀਦੀ, ਕਿਉਂਕਿ ਇੰਪਲੋਇਮੈਂਟ ਦੇਣ ਦੇ ਨਾਲ ਜਿਹੜੀ ਹੈਗੀ ਹੈ ਪ੍ਰੋਬਲਮ ਸੋਲਵ ਹੋ ਜਾਏਗੀ। ਹੁਣ ਮੋਸਟ ਆਫ ਦਾ ਪੀਪਲ ਇੰਡੀਆ ਦੇ ਵਿੱਚ ਐਗਰੀਕਲਚਰ ਦੇ ਵਿੱਚ ਇੰਗੇਜਡ ਹੈਗੇ ਹੈ, ਐਂਡ ਜਿੱਥੇ 2% ਦੀ ਲੋੜ ਹੈ ਉੱਥੇ 5 ਬੰਦੇ ਕੰਮ ਕਰ ਰਹੇ ਆ। ਇੰਡੀਆ ਵਿੱਚ ਡਿਸਗਾਈਜ਼ਡ ਅਨਇੰਪਲੋਇਮੈਂਟ ਹੈਗੀ ਹੈ ਐਗਰੀਕਲਚਰ ਸੈਕਟਰ 'ਚ, ਜਿਹੜੀ ਖਤਮ ਕਰਕੇ ਉਹਨਾਂ ਪਰਸਨਸ ਨੂੰ ਕਿਤੇ ਹੋਰ ਅੱਛੀ ਜਗ੍ਹਾ ਜੋਬ ਦਿੱਤੀ ਜਾਵੇ ਅਤੇ ਜਿਹਦੇ ਨਾਲ ਕੀ ਹੋਏਗਾ ਅਨਇੰਪਲੋਇਮੈਂਟ ਖਤਮ ਹੋ ਜਾਏਗੀ ਔਰ ਜਿਹੜੀ ਹੈਗੀ ਹੈ ਪਾਵਰਟੀ ਵੀ ਉਹਦੇ ਨਾਲ ਰਿਡਿਊਸ ਹੋਣੀ ਸ਼ੁਰੂ ਹੋ ਜਾਏਗੀ। ਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ, ਹੁਣ ਮਤਲਬ ਕਿ ਇਹਦੇ ਵਿੱਚ ਕੀ ਹੈਗਾ ਕਿ ਜਿਹੜੇ ਰਿਚ ਪੀਪਲਸ ਹੈਗੇ ਉਹਨਾਂ ਤੋਂ ਟੈਕਸ ਚਾਰਜ ਕਰਨੇ ਚਾਹੀਦੇ, ਜਿਹੜੇ ਪੂਅਰ ਪੀਪਲਸ ਹੈਗੇ ਹੈ ਉਹਨਾਂ ਨੂੰ ਸਬਸਿਡੀਜ਼ ਦੇਣੀ ਚਾਹੀਦੀ ਹੈ, ਜਿਹਦੇ ਨਾਲ ਕੀ ਹੈ ਕਿ ਉਹਨਾਂ ਵਿੱਚ ਜੋ ਡਿਫਰੈਂਸ ਹੈ ਗੈਪ ਬਣਿਆ ਹੋਇਆ ਉਹ ਗੈਪ ਘਟੇ ਔਰ ਜਿਹਦੇ ਨਾਲ ਕੀ ਹੈ ਕਿ ਮਤਲਬ ਕਿ ਸੇਮ ਲੈਵਲ 'ਤੇ ਜੋ ਆ ਜਾਣ। ਐਂਡ ਇਹਦੇ 'ਚ ਕੀ ਹੈ ਕਿ ਜਿਹੜੇ ਰਿਚ ਪੀਪਲਸ ਹੈ ਉਹਨਾਂ ਤੋਂ ਟੈਕਸਿਸ ਲੈ ਕੇ ਜਿਹੜੇ ਹੈਗੇ ਪੂਅਰ ਲੋਕਾਂ ਦੀ ਵੀ ਹੈਲਪ ਜੋ ਹੈ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ। ਰੀਜਨਲ ਡਿਵੈਲਪਮੈਂਟ, ਹੁਣ ਜਿਹੜੀ ਹੈਗੀ ਹੈ ਜਿੱਦਾਂ ਹੁਣ ਆਪਣੀ ਸਟੇਟਸ ਹੈਗੀਆਂ ਉਹਨਾਂ ਸਟੇਟਸ ਦੀ ਪੂਰੀ ਪ੍ਰੋਪਰ ਜੋ ਹੈ ਡਿਵੈਲਪਮੈਂਟ ਕਰਨੀ ਚਾਹੀਦੀ ਹੈ, ਜਿੱਦਾਂ ਪੰਜਾਬ ਹੈ, ਯੂਪੀ ਹੈ, ਬਿਹਾਰ ਹੈ, ਸਾਰਿਆਂ ਦੀ ਸੇਮ ਪਰਸੈਂਟੇਜ ਵਿੱਚ ਡਿਵੈਲਪਮੈਂਟ ਕਰਨੀ ਚਾਹੀਦੀ, ਕਿਉਂਕਿ ਕਿਸੇ ਦੀ ਜ਼ਿਆਦਾ ਡਿਵੈਲਪਮੈਂਟ ਕਿਸੇ ਦੀ ਘੱਟ ਡਿਵੈਲਪਮੈਂਟ ਉਹਦੇ ਨਾਲ ਵੀ ਪ੍ਰੋਬਲਮ ਜਿਹੜੀ ਆਉਂਦੀ ਹੈ। ਫੁਲਫਿਲਮੈਂਟ ਆਫ ਮਿਨੀਮਮ ਨੀਡ, ਹੁਣ ਗੌਰਮੈਂਟ ਨੂੰ ਕੋਈ ਸੁਟੇਬਲ ਸਟੈਪਸ ਲੈਣੇ ਚਾਹੀਦੇ ਹੈ ਤਾਂ ਕਿ ਜਿਹੜੇ ਪੂਅਰ ਲੋਕ ਹੈਗੇ ਹੈ ਉਹਨਾਂ ਦੀ ਜ਼ਰੂਰਤਾਂ ਨੂੰ ਪੂਰੀਆਂ ਕੀਤੀਆਂ ਜਾਣ, ਉਹਨਾਂ ਨੂੰ ਪ੍ਰੋਪਰ ਸਪਲਾਈ ਵਾਟਰ ਦਾ ਦਿੱਤਾ ਜਾਵੇ, ਉਹਨਾਂ ਨੂੰ ਹੈਲਥ ਫੈਸਿਲਿਟੀ ਦਿੱਤੀ ਜਾਵੇ। ਇੱਦਾਂ ਵੀ ਜਿਹੜੀ ਹੈਗੀ ਅਸੀਂ ਗਰੀਬੀ ਦੂਰ ਕਰ ਸਕਦੇ। ਇਨਕਰੀਜ਼ ਇਨ ਪ੍ਰੋਡਕਟੀਵਿਟੀ ਆਫ ਪੂਅਰ, ਹੁਣ ਮਤਲਬ ਕੀ ਹੈਗਾ ਇਹਦੇ ਵਿੱਚ ਗੌਰਮੈਂਟ ਨੂੰ ਕੀ ਕਰਨਾ ਚਾਹੀਦਾ, ਮੋਰ ਇੰਪਲੋਇਮੈਂਟ ਜੋ ਹੈ ਪ੍ਰੋਵਾਈਡ ਕਰਨੀ ਚਾਹੀਦੀ ਹੈਗੀ ਹੈ। ਗੌਰਮੈਂਟ ਨੂੰ ਜੋ ਹੈ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਇੰਪਲੋਇਮੈਂਟ ਕਰਨ ਵਾਸਤੇ, ਜਿਹਦੇ ਨਾਲ ਕੀ ਹੈ ਕਿ ਪੂਅਰ ਜਿਹੜੇ ਹੈਗੇ ਨਹੀਂ ਰਹੂਗੇ, ਉਹਨਾਂ ਨੂੰ ਰੁਜ਼ਗਾਰ ਮਿਲੂਗਾ ਔਰ ਕੰਮ ਵਧੀਆ ਹੋਊਗਾ। ਚੇਂਜਿਸ ਇਨ ਦ ਟੈਕਨੀਕ ਆਫ ਦਾ ਪ੍ਰੋਡਕਸ਼ਨ, ਜਿਹੜੀ ਪ੍ਰੋਡਕਸ਼ਨ ਦੀ ਟੈਕਨੀਕ ਇਹਨੂੰ ਚੇਂਜ ਕਰਨਾ ਚਾਹੀਦਾ ਹੈ। ਮਾਡਰਨ ਟੈਕਨੋਲੋਜੀਜ਼ ਲੈ ਕੇ ਆਉਣੀ ਚਾਹੀਦੀਆਂ ਪ੍ਰੋਡਕਸ਼ਨ ਵਾਸਤੇ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਲੇਬਰ ਇੰਟੈਂਸਿਵ ਹੈਗਾ ਕਿ ਲੇਬਰ ਹੀ ਪ੍ਰੋਡਿਊਸ ਕਰਦੇ ਹੈ, ਕੈਪੀਟਲ ਜਿਹੜੇ ਹੈਗੇ ਹੈ ਯਾਨੀ ਕਿ ਟੈਕਨੋਲੋਜੀ ਦੇ ਦੁਆਰਾ ਪ੍ਰੋਡਕਸ਼ਨ ਘੱਟ ਕੀਤੀ ਜਾਂਦੀ ਹੈ, ਜਿਹਦੇ ਕਰਕੇ ਸਾਡਾ ਪ੍ਰੋਡਕਸ਼ਨ ਵੀ ਘੱਟ ਹੁੰਦੀ ਹੈ ਔਰ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਮਾਡਰਨ ਟੈਕਨੀਕਸ ਯੂਜ਼ ਕਰਕੇ ਪ੍ਰੋਡਕਸ਼ਨ ਕਰਨੀ ਚਾਹੀਦੀ ਹੈ, ਐਂਡ ਜਿਹਦੇ ਨਾਲ ਕੀ ਹੈ ਕਿ ਜਿੰਨਾ ਜ਼ਿਆਦਾ ਪ੍ਰੋਡਿਊਸ ਕਰਾਂਗੇ ਉਨਾ ਜ਼ਿਆਦਾ ਵੇਚਾਂਗੇ ਉਨਾ ਜ਼ਿਆਦਾ ਪ੍ਰੋਫਿਟ ਹੋਏਗਾ। ਠੀਕ ਹੈ, ਇਸ ਕਰਕੇ ਕੀ ਹੈਗਾ ਕਿ ਪ੍ਰੋਡਕਸ਼ਨ ਦੀ ਟੈਕਨੀਕਸ ਵੀ ਚੇਂਜ ਕਰਨੀਆਂ ਚਾਹੀਦੀਆਂ। ਅੱਗੇ ਹੈਗਾ ਸਟੇਬਿਲਿਟੀ ਇਨ ਪ੍ਰਾਈਸ ਲੈਵਲ, ਹੁਣ ਸਟੇਬਿਲਿਟੀ ਇਨ ਪ੍ਰਾਈਸ ਲੈਵਲ ਕੀ ਹੈ, ਪਾਵਰਟੀ ਰਿਡਿਊਸ ਕਰਨ ਵਾਸਤੇ ਕੀ ਕਰਨਾ ਚਾਹੀਦਾ ਕਿ ਪ੍ਰਾਈਸਿਸ ਜਿਹੜੇ ਹੈਗੇ ਹੈ ਜਿਹੜੇ ਕੰਟੀਨਿਊ ਰਾਈਜ਼ ਹੋ ਰਹੇ ਆ ਉਹਨਾਂ 'ਤੇ ਕੰਟਰੋਲ ਕਰਨਾ ਚਾਹੀਦਾ ਹੈ, ਐਂਡ ਪ੍ਰਾਈਸਿਸ ਜੋ ਹੈ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਬੇਸਿਕ ਨੀਡਸ ਹੈ ਉਹਨਾਂ ਦੀ ਸਟੇਬਲ ਰਹਿਣੀ ਚਾਹੀਦੀ ਹੈ, ਜਿਹਦੇ ਨਾਲ ਕੀ ਹੈ ਕਿ ਪਾਵਰਟੀ ਜੋ ਹੈ ਰਿਡਿਊਸ ਹੋਏਗੀ। ਡਿਵੈਲਪਮੈਂਟ ਆਫ ਦਾ ਐਗਰੀਕਲਚਰ, ਇੰਡੀਆ ਜੋ ਹੈ ਇੱਕ ਐਗਰੀਕਲਚਰ ਬੇਸਡ ਕੰਟਰੀ ਹੈਗੀ ਹੈ, ਹੁਣ ਸਾਰਾ ਜ਼ਿਆਦਾ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਕੰਮ ਜੋ ਹੈ ਐਗਰੀਕਲਚਰ 'ਤੇ ਹੁੰਦਾ, ਇਸ ਕਰਕੇ ਜਿਹੜਾ ਇੰਡੀਆ ਦਾ ਐਗਰੀਕਲਚਰ ਹੈਗਾ ਇਹਨੂੰ ਮੋਡਰਨਾਈਜ਼ ਕਰਨਾ ਚਾਹੀਦਾ ਹੈ, ਇਹਨੂੰ ਮਕੈਨਾਈਜ਼ਡ ਕਰਨਾ ਚਾਹੀਦਾ, ਇਹਦੇ ਵਿੱਚ ਵੀ ਟੈਕਨੋਲੋਜੀ ਬ੍ਰਿੰਗ ਕਰਕੇ ਲੈ ਕੇ ਆਉਣੀ ਚਾਹੀਦੀ ਹੈ ਤਾਂ ਕਿ ਜੋ ਸਾਡੇ ਜਿਹੜਾ ਹੈਗਾ ਜੇ ਐਗਰੀਕਲਚਰ ਡਿਵੈਲਪਡ ਹੋ ਗਿਆ ਅਤੇ ਜਿਹਦੇ ਨਾਲ ਕੀ ਹੋ ਜਾਏਗਾ ਕਿ ਸਾਡੀ ਜਿਹੜੀ ਹੈਗੀ ਹੈ ਐਗਰੀਕਲਚਰ ਡਿਵੈਲਪ ਹੋ ਗਿਆ ਅਤੇ ਫਿਰ ਉਸ ਤੋਂ ਬਾਅਦ ਅੱਛੀ ਉਹ ਪ੍ਰੋਡਕਸ਼ਨ ਕਰਨਗੇ, ਅੱਛੀ ਉਹਨਾਂ ਦੀ ਸੇਲ ਹੋਏਗੀ ਔਰ ਜਿਹਦੇ ਨਾਲ ਕੀ ਹੈਗਾ ਕਿ ਪਾਵਰਟੀ ਰਿਡਿਊਸ ਹੋਏਗੀ, ਕਿਉਂਕਿ ਮੋਸਟ ਆਫ ਦਾ ਪਰਸਨਸ ਆਰ ਇੰਗੇਜਡ ਇਨ ਦਾ ਐਗਰੀਕਲਚਰ ਇਨ ਇੰਡੀਆ। Thank you students for watching this video.